नेक्स्ट टॉपिक है मीन और एवरेज वैल्यू ऑफ AC। इट इज़ अ वेरी इंपॉर्टेंट टॉपिक। ਇਹਦੇ ਅੰਦਰ ਹੁਣ ਅਸੀਂ ਕੀ ਕਰਨਾ ਹੈ, ਪਹਿਲੇ ਤੇ ਅਸੀਂ ਆਲਟਰਨੇਟਿੰਗ ਕਰੰਟ ਦੀ ਡੈਫੀਨੇਸ਼ਨ ਦੇਖ ਲਈ, ਠੀਕ ਹੈ। ਹੁਣ ਅਸੀਂ ਉਹਦੀ ਮੀਨ ਵੈਲਿਊ ਜਾਂ ਐਵਰੇਜ ਵੈਲਿਊ ਦੀ ਡੈਫੀਨੇਸ਼ਨ ਦੇਖਾਂਗੇ ਔਰ ਉਹਦਾ ਜੋ ਹੈ ਇੱਕ ਰਿਲੇਸ਼ਨ ਫਾइंड आउट ਕਰਨਾ ਹੈ ਮੀਨ ਵੈਲਿਊ ਦਾ ਪੀਕ ਵੈਲਿਊ। ਪੀਕ ਵੈਲਿਊ ਸਾਨੂੰ ਪਤਾ ਹੈ ਜੋ ਮੈਕਸਿਮਮ ਵੈਲਿਊ ਹੈ, ਚਾਹੇ EMF ਬੋਲੀਏ ਜਾਂ ਕਰੰਟ ਦੀ ਮੈਕਸਿਮਮ ਵੈਲਿਊ ਇਜ਼ I0 ਔਰ ਜੋ ਅਸੀਂ ਕਹੀਏ ਕਿ ਸਾਡੇ ਕੋਲ ਵੋਲਟੇਜ ਦੀ ਜਾਂ EMF ਦੀ ਮੈਕਸਿਮਮ ਵੈਲਿਊ ਹੈ ਦੈਟ ਇਜ਼ E0 ਜਾਂ ਫਿਰ ਅਸੀਂ V0 ਲਿਖ ਸਕਦੇ ਹਾਂ। ਸਭ ਤੋਂ ਪਹਿਲਾਂ ਡੈਫੀਨੇਸ਼ਨ ਕਰਨੀ ਹੈ। ਹੁਣ ਇਹ ਡੈਫੀਨੇਸ਼ਨ ਨੂੰ ਕੀ ਹੈ ਸਮਝਣ ਦੇ ਲਈ ਅਸੀਂ ਸਿੰਪਲ ਵੇ ਦੇਖ ਸਕਦੇ ਹਾਂ, ਪਰ ਇਹਨੂੰ ਜੋ ਲਿਖਣਾ ਹੈ ਇਹਨੂੰ ਐਸ ਸੱਚ ਇਸੇ ਤਰ੍ਹਾਂ ਹੀ ਲਿਖਣਾ ਹੈ। ਤਾਂ ਸਮਝਣ ਦੇ ਲਈ ਅਸੀਂ ਕੀ ਕਰਾਂਗੇ, ਪਹਿਲਾਂ ਇਹਨੂੰ ਸਮਝ ਕੇ ਫਿਰ ਦੁਬਾਰਾ ਅਸੀਂ ਡੈਫੀਨੇਸ਼ਨ ਲਿਖਾਂਗੇ ਕਿ ਸਪੋਜ਼ ਇਹਦੇ 'ਚ ਦੋ ਚੀਜ਼ਾਂ ਨੂੰ ਕੰਪੈਰੀਜ਼ਨ ਕਰਨਾ ਹੈ। ਇੱਕ ਅਸੀਂ ਲੈ ਕੇ ਚੱਲਣਾ ਹੈ ਸਟੈਡੀ ਕਰੰਟ। ਸਟੈਡੀ ਕਰੰਟ ਦਾ ਮਤਲਬ ਕੀ ਹੁੰਦਾ, ਕੌਨਸਟੈਂਟ ਕਰੰਟ, ਠੀਕ ਹੈ, ਕੌਨਸਟੈਂਟ ਕਰੰਟ। ਔਰ ਦੂਜੀ ਚੀਜ਼ ਅਸੀਂ ਇੱਥੇ ਲੈ ਕੇ ਚੱਲਣੀ ਹੈ ਆਲਟਰਨੇਟਿੰਗ ਕਰੰਟ। ਜੋ ਸਾਨੂੰ ਪਤਾ ਹੈ ਆਲਟਰਨੇਟਿੰਗ ਕਰੰਟ ਅਸੀਂ ਪਿੱਛੇ ਦੇਖਿਆ ਸਾਈਨੋਸੋਇਡਲ ਵੇਵ ਹੈ ਔਰ ਇਨਕਰੀਜ਼ਿੰਗ ਕਰੰਟ ਹੈ। ਇਸ ਤਰ੍ਹਾਂ ਇਹ ਦੋ ਚੀਜ਼ਾਂ ਦੀ ਕੰਪੈਰੀਜ਼ਨ ਨੂੰ ਲੈ ਕੇ ਚੱਲਣਾ ਹੈ। ਇੱਕ ਤਾਂ ਅਸੀਂ ਇਹਦੇ 'ਚ ਗੱਲ ਕਰਨੀ ਹੈ ਕਰੰਟ ਹੈ ਤਾਂ ਨੰਬਰ 1 ਅਸੀਂ ਕਾਹਦੀ ਗੱਲ ਕਰਾਂਗੇ, ਸਰਕਿਟ ਦੀ। ਕਰੰਟ ਹਮੇਸ਼ਾ ਕਾਹਦੇ 'ਚ ਹੁੰਦਾ, ਕਿਸੇ ਸਰਕਿਟ 'ਚ ਹੋਏਗਾ, ਠੀਕ। ਦੂਜੀ ਗੱਲ ਅਸੀਂ ਕਰਨੀ ਹੈ ਇੱਥੇ ਸਰਕਿਟ ਤੋਂ ਬਾਅਦ ਚਾਰਜ, ਠੀਕ ਹੈ। ਕਰੰਟ ਹੈ ਤਾਂ ਕਾਹਦੀ ਮੋਸ਼ਨ ਦੀ ਜਾਂ ਕਾਹਦੇ ਫਲੋ ਦੀ ਗੱਲ ਹੋਏਗੀ, ਚਾਰਜ ਦੀ, ਠੀਕ। ਤੀਸਰਾ ਇਹਦੇ 'ਚ ਕਰਨਾ ਹੈ ਟਾਈਮ ਪੀਰੀਅਡ। ਟਾਈਮ ਪੀਰੀਅਡ ਅਸੀਂ ਕਿੰਨਾ ਲੈ ਕੇ ਚੱਲਣਾ ਹੈ, T/2 ਹਾਫ ਟਾਈਮ ਪੀਰੀਅਡ। ਇਹ T/2 ਅਸੀਂ ਅਗਰ ਗ੍ਰਾਫ ਦੁਬਾਰਾ ਬਣਾ ਕੇ ਦੇਖੀਏ ਆਲਟਰਨੇਟਿੰਗ ਕਰੰਟ ਦਾ ਗ੍ਰਾਫ ਇਸ ਤਰ੍ਹਾਂ ਜਾਏਗਾ, ਠੀਕ ਹੈ। ਔਰ ਅਸੀਂ ਬੋਲਦੇ ਹਾਂ ਇੱਥੇ ਕੰਪਲੀਟ ਸਾਈਕਲ ਸੀ ਔਰ ਇੰਨੇ ਟਾਈਮ ਦੇ ਲਈ ਇੱਧਰ ਟਾਈਮ T ਸੀ ਔਰ ਇਸ ਸਾਈਡ 'ਤੇ ਅਗਰ ਅਸੀਂ ਕਰੰਟ ਦੀ ਗੱਲ ਕਰਦੇ ਹਾਂ ਮੈਕਸਿਮਮ ਕਰੰਟ ਹੈ ਇਸ ਤਰ੍ਹਾਂ, ਠੀਕ। ਹੁਣ ਅਸੀਂ ਇਹ ਹਾਫ T/2 T मतलब कंप्लीट साइकिल, T/2 मतलब हाफ साइकिल, ठीक है, या हाफ टाइम पीरियड, राइट। इत्थे असी जो डेफिनेशन लिखनी है ਉਹਦੇ 'ਚ ਅਸੀਂ कितना टाइम कंसिडर करना है, हाफ टाइम पीरियड। ਹੁਣ ਇਹਦੇ 'ਚ कंपैरिजन किस तरह करना है, ਅਸੀਂ बोलना है कि जो स्टैडी करंट है, ठीक है, ਉਹ ਕਿਸੇ ਸਰਕਿਟ ਦੇ ਵਿੱਚ ਚਾਰਜ ਨੂੰ ਫਲੋ ਕਰਵਾ ਰਿਹਾ ਹੈ ਕਿੰਨੇ ਟਾਈਮ ਪੀਰੀਅਡ ਦੇ ਲਈ, ਹਾਫ ਟਾਈਮ ਪੀਰੀਅਡ ਦੇ ਲਈ। ਇਹ ਹਾਫ ਟਾਈਮ ਪੀਰੀਅਡ ਕਾਹਦਾ ਹੈ, ਆਲਟਰਨੇਟਿੰਗ ਕਰੰਟ ਦਾ। ਅਸੀਂ ਬੋਲਾਂਗੇ ਜਿੰਨੇ ਟਾਈਮ ਦੇ ਲਈ ਸਟੈਡੀ ਕਰੰਟ ਕਿਸੇ ਸਰਕਿਟ ਦੇ ਵਿੱਚ ਚਾਰਜ ਨੂੰ ਫਲੋ ਕਰਵਾ ਰਿਹਾ ਹੈ ਦੈਟ ਟਾਈਮ ਇਜ਼ ਹਾਫ ਟਾਈਮ ਪੀਰੀਅਡ ਆਫ, ਕਾਹਦਾ ਹਾਫ ਟਾਈਮ ਪੀਰੀਅਡ ਹੈ, ਆਲਟਰਨੇਟਿੰਗ ਕਰੰਟ ਦਾ। ਔਰ ਅਸੀਂ ਬੋਲਾਂਗੇ ਆਲਟਰਨੇਟਿੰਗ ਕਰੰਟ ਵੀ ਇੰਨੇ ਹੀ ਟਾਈਮ ਦੇ ਵਿੱਚ ਸੇਮ ਸਰਕਿਟ ਦੇ ਵਿੱਚ ਸੇਮ ਚਾਰਜ ਨੂੰ ਫਲੋ ਕਰਵਾ ਰਿਹਾ ਹੈ ਦੈਟ ਕੁਆਂਟਿਟੀ ਇਜ਼ ਨੋਨ ਐਜ਼, ਅਸੀਂ ਉਹਨੂੰ ਕੀ ਬੋਲ ਦਿੰਦੇ ਆ, ਮੀਨ ਜਾਂ ਫਿਰ ਐਵਰੇਜ ਵੈਲਿਊ ਆਫ AC। ਤਾਂ ਡੈਫੀਨੇਸ਼ਨ ਕੀ ਲਿਖਾਂਗੇ, ਐਵਰੇਜ ਵੈਲਿਊ ਨੂੰ ਕੀ ਬੋਲਦੇ ਆ, ਸਟੈਡੀ ਕਰੰਟ, ਜੋ ਅਸੀਂ ਕੌਨਸਟੈਂਟ ਕਰੰਟ ਕਿਹਾ, ਵਿਚ ਵੈਨ ਪਾਸਡ, ਕਿੱਥੋਂ ਪਾਸ ਕਰੇਗਾ, ਕਿਸੇ ਸਰਕਿਟ ਦੇ ਵਿੱਚੋਂ, ਕਿੰਨੇ ਟਾਈਮ ਦੇ ਲਈ, ਫॉर ਹਾਫ ਦੀ ਟਾਈਮ ਪੀਰੀਅਡ ਆਫ ਦੀ, ਕਾਹਦਾ ਹਾਫ ਹੈ ਟਾਈਮ ਪੀਰੀਅਡ ਆਫ ਆਲਟਰਨੇਟਿੰਗ ਕਰੰਟ, ਠੀਕ ਹੈ। ਸੈਂਡਸ, ਕੀ ਸੈਂਡ ਕਰੇਗਾ, ਚਾਰਜ, ਸੈਂਡ ਦੀ ਸੇਮ ਅਮਾਊਂਟ ਆਫ ਚਾਰਜ, ਓਨੀ ਹੀ ਅਮਾਊਂਟ ਸਟੈਡੀ ਕਰੰਟ ਫਲੋ ਕਰਾਏਗਾ ਚਾਰਜ ਦੀ ਜਿੰਨੀ ਕੌਣ ਸੈਂਡ ਕਰ ਰਿਹਾ ਹੈ, ਐਜ਼ ਇਜ਼ ਡਨ ਬਾਏ ਦੀ ਆਲਟਰਨੇਟਿੰਗ ਕਰੰਟ ਇਨ ਦੀ ਸੇਮ ਟਾਈਮ ਥਰੂ ਦੀ ਸੇਮ ਸਰਕਿਟ, ਠੀਕ ਹੈ। ਤਾਂ ਕੰਪੈਰੀਜ਼ਨ ਹੋ ਗਿਆ ਸਟੈਡੀ ਕਰੰਟ ਤੇ ਆਲਟਰਨੇਟਿੰਗ ਕਰੰਟ ਦਾ, ਕਿੰਨੇ ਟਾਈਮ ਦੇ ਲਈ ਹੈ, ਹਾਫ ਟਾਈਮ ਪੀਰੀਅਡ। ਉਹ ਹਾਫ ਟਾਈਮ ਪੀਰੀਅਡ ਕਾਹਦਾ ਹੈ, ਆਲਟਰਨੇਟਿੰਗ ਕਰੰਟ ਦਾ। ਔਰ ਸੈਂਡ ਕੀ ਹੋ ਰਿਹਾ ਹੈ ਇੱਥੇ, ਸੇਮ ਅਮਾਊਂਟ ਆਫ ਚਾਰਜ, ਠੀਕ। ਦੈਟ ਇਜ਼ ਨੋਨ ਐਜ਼ ਐਵਰੇਜ ਵੈਲਿਊ ਆਫ AC ਜਾਂ ਫਿਰ ਅਸੀਂ ਉਹਨੂੰ ਬੋਲ ਦਿੰਦੇ ਹਾਂ ਮੀਨ ਵੈਲਿਊ ਆਫ AC ਐਂਡ ਇਟ ਇਜ਼ ਡਿਨੋਟਡ ਬਾਏ I ਬੇਸ 'ਚ ਐਵਰੇਜ ਲਿਖ ਦਿਓ ਜਾਂ ਫਿਰ IM। ਹੁਣ ਇਸ ਤੋਂ ਬਾਅਦ ਕੀ ਹੈ, ਰਿਲੇਸ਼ਨ ਫਾइंड आउट ਕਰਨੀ ਹੈ ਬਿਟਵੀਨ ਮੀਨ ਵੈਲਿਊ ਐਂਡ ਪੀਕ ਵੈਲਿਊ ਆਫ AC। ਮੀਨ ਵੈਲਿਊ ਨੂੰ ਅਸੀਂ ਜਾਣਦੇ ਹਾਂ IM ਦੇ ਨਾਲ ਤੇ ਪੀਕ ਵੈਲਿਊ ਨੂੰ I0। ਇਹਨਾਂ ਦੋਨਾਂ ਦੇ ਵਿੱਚ ਅਸੀਂ ਰਿਲੇਸ਼ਨ ਹੁਣ ਡਿਵੈਲਪ ਕਰਨੀ ਹੈ। ਉਹਦੇ ਲਈ ਸਟਾਰਟਿੰਗ ਕਿੱਥੋਂ ਹੋਏਗੀ, ਕਿਉਂਕਿ ਸਾਨੂੰ ਪਤਾ ਹੈ ਕਰੰਟ ਜਿਹੜਾ ਹੈ ਸਾਈਨੋਸੋਇਡਲ ਵੇਵ ਮੋਸਟਲੀ ਕੰਸੀਡਰ ਕੀਤਾ ਜਾਂਦਾ ਹੈ। ਤਾਂ ਫਸਟ ਇਕੁਏਸ਼ਨ I = I0 sin ωt,
ਹੁਣ ਇਸ ਡੈਫੀਨੇਸ਼ਨ 'ਚ ਕਾਹਦੀ ਗੱਲ ਹੋ ਰਹੀ ਹੈ, ਚਾਰਜ ਦੀ ਗੱਲ ਹੋ ਰਹੀ ਹੈ। ਤਾਂ ਅਸੀਂ ਚਾਰਜ ਦੀ ਇਕੁਏਸ਼ਨ ਲਿਖਾਂਗੇ ਪਹਿਲੇ ਸਮॉल ਚਾਰਜ, ਠੀਕ ਹੈ। ਫਿਰ ਅਸੀਂ ਬੋਲਾਂਗੇ ਕਿ ਅਗਰ ਟੋਟਲ ਚਾਰਜ ਦੇਖਣਾ ਹੈ ਸਰਕਿਟ 'ਚ ਤਾਂ ਇੰਟੀਗ੍ਰੇਟ ਕਰ ਲਓ ਸਮॉल ਚਾਰਜ ਥਰੂ ਐਨੀ ਸਰਕਿਟ, ਉਹਦੀ ਵੈਲਿਊ ਅਸੀਂ ਕੀ ਲਿਖਾਂਗੇ I dt। ਕਿਹੜੀ ਇਕੁਏਸ਼ਨ ਹੈ ਇਹ, ਕਰੰਟ ਦੀ ਇਕੁਏਸ਼ਨ ਹੈ dq/dt। ਇੱਥੋਂ ਅਸੀਂ dq ਅਗਰ ਕੈਲਕੂਲੇਟ ਕਰਨਾ ਹੈ ਤਾਂ ਕੀ ਲਿਖ ਦਾਂਗੇ I dt। ਇਟ ਇਜ਼ ਅ ਸੈਕਿੰਡ ਇਕੁਏਸ਼ਨ, ਠੀਕ ਹੈ। ਇੱਥੇ I ਦੀ ਵੈਲਿਊ ਅਸੀਂ ਫਸਟ ਇਕੁਏਸ਼ਨ 'ਚੋਂ ਕੈਲਕੂਲੇਟ ਕੀਤੀ ਹੈ, ਉਹ ਅਸੀਂ ਇੱਥੇ ਲਿਖ ਦਾਂਗੇ। ਤਾਂ dq ਕੀ ਆ ਜਾਏਗਾ I0 sin ओमेगा टी डी टी। थर्ड इक्वेशन हो गई साडे कोल। इस तो बाद अगर असी टोटल चार्ज फाइंड आउट करना है तो इस इक्वेशन नू की करना पेगा, इंटीग्रेट करना पेगा। लिमिट्स किहदियां लैके चलांगे, टाइम दियां, क्योंकि डी किहदे नाल लगा है टाइम दे नाल। तो लिमिट कित्थों कित्थे तक, किन्ने टाइम ली है, हाफ टाइम पीरियड। हाफ टाइम पीरियड कित्थों लैके कित्थे तक, 0 तो लैके t/2 तक, ठीक। ये हो गया हाफ टाइम पीरियड, इंटीग्रेशन की लिमिट मिल गई। हुण बस इनू इंटीग्रेट करना है। I0 इज़ अ कॉन्स्टेंट क्वांटिटी, टेक इट आउटसाइड फ्रॉम द इंटीग्रेशन। अंदर की आ जाएगा 0 तो लैके t/2 साइन ओमेगा टी डी टी। इत्थे हुण किहड़ा फॉर्मूला लगेगा जो असी इंटीग्रेशन च पढ़ते हैं, साइन एक्स डी एक्स की अगर इंटीग्रेशन देखिए तो की आएगी माइनस कॉज एक्स, ठीक है। अगर मैं इत्थे साइन एक्स की बजाय लिखदा साइन 2x डी एक्स, मतलब अगर इत्थे कोई कॉन्स्टेंट है तो कॉन्स्टेंट किस तरह आएगा, माइनस कॉस 2x डिवाइडेड बाय 2। कॉन्स्टेंट हमेशा की हो जाता है, डिवाइड हो जाएगा। अगर डिफरेंसीएशन है तो मल्टीप्लाई होएगा। हुण इस तरह असीं इत्थे देखते हैं ओमेगा इज़ हेयर कॉन्स्टेंट, 2 1 नहीं है, इत्थे ओमेगा है। तो ओमेगा नूं असीं डिवाइड च लैके चलांगे तो किस तरह आएगा साडे कोल, I0 एज सच साइन ओमेगा टी की जगह पे माइनस कॉज ओमेगा टी। ओमेगा इज़ द कॉन्स्टेंट, और कॉन्स्टेंट इंटीग्रेशन च हमेशा कित्थे आएगा, डिवीजन च आएगा, डिफरेंसीएशन च हमेशा मल्टीप्लिकेशन च। ये चीज़ आ गई। असी इत्थों माइनस भी बाहर ले लैने, ओमेगा भी, क्योंकि दोनों चीज़ां कॉन्स्टेंट है। ये वालियां लिमिट्स किहदी जगह ते लिखनी